Hello students, my name is Ajit Pathak and welcome to the Royal Group of College Bodawal online classes। आज ਆਪਾਂ ਕਰਨ ਜਾ ਰਹੇ ਹਾਂ GST ਦਾ ਨੈਕਸਟ ਟੌਪਿਕ, ਜਿਸ ਦੇ ਵਿੱਚ ਆਪਾਂ ਪੜਾਂਗੇ ਫੀਚਰਸ ਆਫ GST। ਫੀਚਰਸ ਆਫ GST। What are the features of GST? ਇਸ ਦੇ ਵਿੱਚ ਜਿਹੜਾ ਫਰਸਟ ਹੈ ਉਹ ਹੈ indirect tax। GST is like a indirect tax। indirect tax ਹੁੰਦਾ ਕੀ ਹੈ? indirect tax ਦੇ ਵਿੱਚ ਹੁੰਦਾ ਕਿ ਉਹ ਵਾਲਾ ਟੈਕਸ ਜਿਹੜਾ ਕਸਟਮਰਸ ਤੋਂ ਕਲੈਕਟ ਕੀਤਾ ਜਾਵੇ, collected from customers but paid by the trader or manufacturer to the government, but paid by the manufacturer or trader to the government। ठीक है जी। इनडायरेक्ट टैक्स ਉਹ ਵਾਲਾ ਟੈਕਸ ਹੁੰਦਾ ਹੈ, ਮਤਲਬ ਜਿਸ ਦੇ ਉੱਪਰ ਲੱਗਦਾ ਉਹ ਨਹੀਂ ਪੇ ਕਰਦਾ, ਬਲਕਿ ਉਸ ਦੀ ਜਗ੍ਹਾ ਦੇ ਉੱਪਰ ਕਿਸੇ ਹੋਰ ਦੇ ਦੁਆਰਾ ਜਿਹੜਾ ਹੈਗਾ ਉਹ ਪੇ ਕੀਤਾ ਜਾਂਦਾ। ਠੀਕ ਹੈ। ਐਂਡ ਇਨਡਾਇਰੈਕਟ ਟੈਕਸਸ ਨੇ ਜਿਹੜੇ ਇਹ ਕੀ ਹੈ, ਇਹ ਸ਼ਿਫਟੇਬਲ ਹੁੰਦੇ, ਇੱਕ ਇਨਸਾਨ ਤੋਂ ਦੂਸਰੇ ਇਨਸਾਨ ਦੇ ਉੱਪਰ ਸ਼ਿਫਟ ਹੋ ਜਾਂਦੇ ਆ। ਜਿਹੜਾ ਕੰਜ਼ਿਊਮਰ ਹੈ ਉਹ ਡਾਇਰੈਕਟਲੀ ਪੇ ਨਹੀਂ ਕਰਦਾ, ਇਨਡਾਇਰੈਕਟਲੀ ਪੇ ਕਰਦਾ ਹੈ। ਜਿਵੇਂ ਕਿ ਕੋਈ ਕਮੋਡਿਟੀ ਹੈ, ਕਮੋਡਿਟੀ ਦੇ ਉੱਪਰ ਟੈਕਸ ਲੱਗਿਆ, ਠੀਕ ਹੈ, ਉਹ ਜਿਹੜਾ ਟੈਕਸ ਹੈ ਉਹ ਪੇ ਕਿਹਨੇ ਕੀਤਾ ਹੈ? ਉਹ ਪੇ ਕੀਤਾ ਹੈ ਤੁਹਾਨੂੰ ਜਿਹੜਾ ਹੈ ਮੈਨੂਫੈਕਚਰਰ ਨੇ ਜਾਂ ਟ੍ਰੇਡਰ ਨੇ। ਬਟ ਦਾ ਅਲਟੀਮੇਟ ਇੰਪੈਕਟ ਆਫ ਦਾ ਟੈਕਸ ਕਿਹਦੇ ਉੱਪਰ ਪੈ ਰਿਹਾ ਹੈ? ਬਾਇਰ ਦੇ ਉੱਪਰ। ਠੀਕ ਹੈ, ਜੋ ਉਸ ਕਮੋਡਿਟੀ ਨੂੰ ਪਰਚੇਜ਼ ਕਰ ਰਿਹਾ ਹੈ ਉਸ ਦੇ ਉੱਪਰ ਜਿਹੜਾ ਹੈਗਾ ਅਲਟੀਮੇਟ ਇੰਪੈਕਟ ਕਿਹਦੇ ਉੱਪਰ ਪੈ ਰਿਹਾ ਹੈ? ਤੁਹਾਡਾ ਜਿਹੜਾ ਬਾਇਰ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆ ਜਾਂਦਾ ਹੈ ਜਿਹੜਾ ਇਹ ਵਾਲਾ ਟੈਕਸ ਹੈ, ਇਹਦਾ ਪਹਿਲਾ ਤਾਂ ਹੋ ਗਿਆ ਕਿ ਇਹ ਇੱਕ ਇਨਡਾਇਰੈਕਟ ਟੈਕਸ ਹੈ। ਸੈਕੰਡ ਵਨ ਇਜ਼ ਦਿਸ ਇਜ਼ ਡੈਸਟੀਨੇਸ਼ਨ ਬੇਸਡ ਟੈਕਸ। ਡੈਸਟੀਨੇਸ਼ਨ based tax। this tax is destination based। जो GST है वो की है डेस्टिनेशन बेस्ड टैक्स है। ठीक है, ਇਹ ਉਸ ਜਗ੍ਹਾ ਦੇ ਉੱਪਰੋਂ ਜਿਹੜਾ ਹੈਗਾ ਚਾਰਜ ਹੁੰਦਾ ਹੈ। ਠੀਕ ਹੈ, ਇਟ ਇਜ਼ ਚਾਰਜਡ ਐਟ ਅ ਪਲੇਸ ਵੇਅਰ ਗੁੱਡਸ ਆਰ ਸਪਲਾਈਡ, ਦੇਅਰਫੋਰ ਇਟਸ ਆਲਸੋ ਨੋਨ ਐਜ਼ ਡੈਸਟੀਨੇਸ਼ਨ ਬੇਸਡ ਟੈਕਸ। ਮਤਲਬ ਜਿਹੜੀ ਜਗ੍ਹਾ ਦੇ ਉੱਪਰ ਜਿਹੜੀਆਂ ਗੁੱਡਸ ਨੇ ਉਹ ਸਪਲਾਈ ਹੁੰਦੀਆਂ ਨੇ, ਜਿਹੜੀ ਜਗ੍ਹਾ ਦੇ ਉੱਪਰ ਜਿਹੜੀਆਂ ਗੁੱਡਸ ਨੇ ਉਹ ਸਪਲਾਈ ਹੋਣਗੀਆਂ, ਠੀਕ ਹੈ, ਉਸ ਪਲੇਸ ਦੇ ਉੱਪਰ ਜਿਹੜਾ ਹੈਗਾ ਇਹ ਟੈਕਸ ਜਿਹੜਾ ਹੈ ਇੰਪੋਜ਼ ਹੁੰਦਾ ਹੈ। ਉਸ ਜਗ੍ਹਾ ਦੇ ਉੱਪਰ ਇਹ ਵਾਲਾ ਟੈਕਸ ਹੈ ਜਿਹੜਾ ਇਹ ਕੀ ਹੁੰਦਾ ਹੈ? ਇੰਪੋਜ਼ ਹੁੰਦਾ ਹੈ। ਸੋ ਇਸ ਨੂੰ ਆਪਾਂ ਇਸ ਕਰਕੇ ਕੀ ਕਹਿ ਦਿੰਦੇ ਆ? ਆਪਾਂ ਕਹਿ ਦਿੰਦੇ ਆ ਡੈਸਟੀਨੇਸ਼ਨ ਬੇਸਡ ਟੈਕਸ। ਦੈਨ ਉਸ ਤੋਂ ਬਾਅਦ ਨੈਕਸਟ ਜੋ ਹੈ ਉਹ ਹੈਗਾ ਡਿਊਲ ਟੈਕਸ ਸਿਸਟਮ। ਆਪਾਂ ਇਸ ਤੋਂ ਪਹਿਲਾਂ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। dual tax system। The GST is a dual tax system। Here both the your center and state, they both collect the tax। ਠੀਕ ਹੈ ਜੀ। ਮਤਲਬ ਕੀ ਹੈ ਕਿ ਇਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਇੰਡੀਅਨ ਫੈਡਰਲ ਸਿਸਟਮ ਦੇ ਅੰਡਰ ਆਪਾਂ ਨੂੰ ਪਤਾ ਹੈ ਇੰਡੀਆ ਦਾ ਫੈਡਰਲ ਸਿਸਟਮ ਹੈ ਜਿਸ ਦੇ ਵਿੱਚ ਸੈਂਟਰ ਵੀ ਹੈ ਤੇ ਸਟੇਟ ਵੀ ਹੈ। ਠੀਕ ਹੈ ਜੀ। ਐਂਡ ਇਹਦੇ ਵਿੱਚ ਜਿਹੜਾ GST ਆਪਾਂ ਕੀ ਲਿਆ ਜਾਂਦਾ ਹੈ ਉਹ ਫਿਰ ਦੋ ਹਿੱਸਿਆਂ 'ਚ ਡਿਵਾਈਡ ਹੋ ਜਾਂਦਾ ਹੈ। ਉਹ ਹੋ ਜਾਂਦਾ ਹੈ ਸਟੇਟ ਦੇ ਅੰਡਰ ਕਿਹੜਾ ਆ ਜਾਂਦਾ ਹੈ? SGST। ਸੈਕਿੰਡ ਵਨ ਇਜ਼ ਯੂਅਰ ਸੈਂਟਰ। ਸੈਂਟਰ ਦੇ ਨਾਲ ਕੀ ਹੋ ਜਾਂਦਾ ਹੈ? CGST। ਠੀਕ ਹੈ, CGST। ਠੀਕ ਹੈ। ਸੋ ਇਹ ਜਿਹੜਾ ਹੈਗਾ ਇਹ ਕਿਹੜਾ ਡਿਊਲ ਟੈਕਸੇਸ਼ਨ ਸਿਸਟਮ ਹੈ। ਠੀਕ ਹੈ। then ਉਸ ਤੋਂ ਬਾਅਦ next ਜਿਹੜਾ ਆ ਜਾਂਦਾ ਉਹ ਹੈਗਾ compulsory registration। compulsory
कंपल्सरी रजिस्ट्रेशन हुण जिहड़ी कंपल्सरी रजिस्ट्रेशन है उसदे अंडर की है अ बिजनेस फर्म whose turnover is more than 40 lakh is required to get itself registered under GST Act 2017। अगर कोई भी फर्म है उसकी अगर जी टर्नओवर है, ठीक है, वो अगर मोर देन जी है 40 लाख है, ठीक है, कि है 40 लाख, ठीक है, तो वो वाली जी हैगी है उस जगह के उपर उसनू जी वो वाली फर्म है उसनू GST दे अंडर एक्ट दे अंडर एक्ट 2017 दे अंडर उसनू रजिस्टर होना की है कंपलसरी है, ठीक है। बट जड़ियां साउथ ईस्ट जड़ियां अपनी अपना जिहड़ा एरिया आ जाता है वो है नॉर्थ ईस्टर्न एरिया, ठीक है, नॉर्थ ईस्टर्न स्टेट्स ने जड़ियां ईस्टर्न स्टेट्स ने जड़ियां, ठीक है, नॉर्थ ईस्टर्न स्टेट्स ने जड़ियां उत्थे जिहड़ा है अपना GST दे विच GST एक्ट दे अंडर रजिस्ट्रेशन दे लिए जरूरी है कि उन्हां दी जिहड़ी टर्नओवर है दैट शुड बी 20 लाख, ठीक है, 20 लाख दी होनी चाहिदी है, ठीक है जी। उस तो बाद नेक्स्ट है वॉलंटरी रजिस्ट्रेशन। वॉलंटरी रजिस्ट्रेशन ठीक है, वॉलंटरी रजिस्ट्रेशन दे विच किया जाता है, वॉलंटरी रजिस्ट्रेशन दे विच हुंदा है besides compulsory registration a firm can get voluntary registration also। Once a firm is registered all provisions of this act shall apply to such firm also। In addition to compulsory and voluntary registration, some special provisions have been framed for registration of casual taxable person or non-resident taxable person in the act। ਇਹਦੇ ਵਿੱਚ ਕੀ ਹੈ कि कोई इंसान अगर वॉलंटरी जी है रजिस्ट्रेशन करना चाहता है दैट कैन बी वॉलंटरी रजिस्टर, ठीक है। ਉਹਦੇ ਵਿੱਚ ਜਿਹੜਾ है ਆਪਾਂ नैक्सट करांगे कि वॉलंटरी रजिस्ट्रेशन के अंडर ਜਿਹੜੇ है ਕਿਹੜੇ केसेस आते हैं, किस तरीके ਦੇ ਨਾਲ ਜਿਹੜੀ ਹੈਗੀ है रजिस्ट्रेशन हो सकती है, ठीक है जी। उस तो बाद अगे आ जाता है रेट ऑफ टैक्सेस। टैक्सेस के रेट ਕਿਹੜੇ है ਇਹਦੇ ਵਿੱਚ ਆਪਾਂ ਜਿਹੜੇ ਆਪਣੇ ਕੋਲ टैक्स रेट ने there are different kind of tax rates, different tax slabs from which are 5% and another one is your 12%, 18% and 28%, ठीक है जी। and under the rate of taxes, okay, here one more slab is 0%। 0% is for essential commodities, ठीक है। जीरो टैक्स रेट जो है चार्ज किया जाता है लाइक एज मिल्क, वेजिटेबल, ब्रेड, सॉल्ट, कर्ड एंड नेचुरल हनी, फ्लोर, एग, प्रिंटेड बुक्स एटसेट्रा। these goods are necessary and daily use, ठीक है। so under this case these goods are considered under the 0%, ठीक है जी। सो ये हैगा रेट ऑफ टैक्सेस का जिहड़ा हैगा। उस तो बाद जिहड़ा है वो आ जाता है अपने कोले हायर रेट ऑफ टैक्स, ठीक है। नेक्स्ट आ जाता है हायर रेट ऑफ टैक्स। हायर रेट ऑफ टैक्स के अंडर आ जाते हैं जो हायर रेट ऑफ टैक्स है ये हैगी है 28% की जी स्लैब है, ठीक है। जी 28% की स्लैब है इसके अंडर की होंगे कि 28% की जी स्लैब है, ठीक है। इस 28% की स्लैब के विच जिहड़ा है आपां ले लैंदे आ लग्जरी गुड्स लईआं जांदियां ने, ठीक है। लग्जरी गुड्स के विच जिहड़ा है अगर आप गल करिए टैक्स की
ਤਾਂ ਲਗਜ਼ਰੀ ਗੁੱਡਸ ਕਿਹੜੀਆਂ ਹੋ ਗਈਆਂ, ਜਿਵੇਂ ਲਗਜ਼ਰੀ ਕਾਰਸ ਹੋ ਗਈਆਂ, ਠੀਕ ਹੈ। ਉਸ ਤੋਂ ਬਾਅਦ ਪ੍ਰੀਸ਼ੀਅਸ ਮੈਟਲ ਹੋ ਗਏ, ਇਹ ਜਿਹੜੇ ਹੈਗੇ ਤੰਬਾਕੂ ਪ੍ਰੋਡਕਟਸ ਹੋ ਗਏ। ਬੇਸਿਕਲੀ ਜਿਹੜੇ ਇਹਦੇ ਵਿੱਚ ਆਪਾਂ ਲੈਂਦੇ ਹਾਂ ਤੰਬਾਕੂ ਪ੍ਰੋਡਕਟਸ ਐਂਡ ਲਗਜ਼ਰੀ ਕਾਰਸ ਵਗੈਰਾ ਹੋ ਗਈਆਂ, ਵੱਡੀਆਂ ਕਾਰਾਂ, ਠੀਕ ਹੈ। ਉਹਨਾਂ ਦੇ ਉੱਪਰ ਜਿਹੜਾ ਟੈਕਸ ਹੈ ਉਹ ਲੱਗਦਾ 28% ਪਲੱਸ ਕੁਛ ਜਿਹੜਾ ਹੈਗਾ ਸੈਸ ਉਹ ਲੱਗੂਗਾ, ਠੀਕ ਹੈ ਜੀ। ਸੋ ਇਹ ਵਾਲਾ ਜਿਹੜਾ ਹੈ ਉਹ ਕੀ ਆ ਜਾਂਦਾ ਤੁਹਾਡਾ ਹਾਇਰ ਰੇਟ ਆਫ ਟੈਕਸ ਦੇ ਅੰਦਰ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਨੈਕਸਟ ਹੈ ਉਹ ਹੈਗਾ ਕੰਪੋਜੀਸ਼ਨ ਸਕੀਮ ਫॉर स्मॉल बिजनेस। कंपोजिशन स्कीम फॉर स्मॉल बिजनेस। कंपोजिशन स्कीम फॉर स्मॉल बिजनेस ਦੇ ਵਿੱਚ ਕੀ ਹੈ, ਇਹ ਹੈ ਜਿਹੜਾ GST एक्ट है 2017 ਦਾ, ठीक है। ਉਹਦੇ ਵਿੱਚ ਕੀ ਹੈ, ਜਿਹੜੀ ਸਕੀਮ ਆਫ ਕੰਪੋਜੀਸ਼ਨ ਹੈਜ਼ ਬੀਨ ਸਟਾਰਟਡ from the benefit of small scale business whose turnover is up to 1.5 crore। ਉਹਨੇ ਕੀ ਹੈ, ਇਹ ਜਿਹੜਾ ਕੰਪੋਜੀਸ਼ਨ ਸਕੀਮ ਹੈ ਇਹ ਸਟਾਰਟ ਹੋਈ ਹੈ ਸਮਾਲ ਸਕੇਲ ਬਿਜ਼ਨਸ ਦੇ ਲਈ, ਜਿਹਦੀ ਜਿਹੜੀ ਟਰਨਓਵਰ ਹੈ ਉਹ ਕੀ ਹੈ 1.5 ਕਰੋੜ ਹੈ, ਠੀਕ ਹੈ। ਅਕੋਰਡਿੰਗ ਟੂ ਦਿਸ ਸਕੀਮ a manufacturer whose turnover is up to 1.5 crore can pay 2% of turnover, 2% of turnover, ठीक है। उस तो बाद ਜਿਹੜਾ ਹੈ ਇਹ ਜਿਹੜੀ ਸਕੀਮ ਹੈ ਇਹ ਸਰਵਿਸਿਜ਼ ਦੇ ਉੱਪਰ ਜਿਹੜੀ ਹੈਗੀ ਹੈ, ਸਰਵਿਸਿਜ਼ ਦੇ ਲਈ ਕੀ ਹੈ ਫਾਈਨੈਂਸ਼ੀਅਲ ਈਅਰ 2019-20 ਦੇ ਵਿੱਚ ਜਿਹੜਾ ਇਹ ਚੀਜ਼ ਕਹੀ ਸੀ ਕਿ ਜਿਹੜੀਆਂ ਜਿਨ੍ਹਾਂ ਦੇ ਟਰਨਓਵਰ 50 ਲੱਖ ਹੈ ਫਾਈਨੈਂਸ਼ੀਅਲ ਸਰਵਿਸ, ਇਹ ਤਾਂ ਹੈ ਗੁੱਡਸ ਦੇ ਲਈ, ਜਿਹੜੀਆਂ ਫਾਈਨੈਂਸ਼ੀਅਲ ਸਰਵਿਸਿਜ਼ ਨੇ ਉਹ ਵੀ ਕੰਪੋਜੀਸ਼ਨ ਸਕੀਮ ਦੇ ਅੰਡਰ ਆ ਸਕਦੇ ਹੈ, ਠੀਕ ਹੈ। ਇਹਦੇ ਵਿੱਚ ਜਿਹੜੇ ਹੈਗੇ ਕੁਝ ਜਿਹੜੇ ਟੈਕਸਸ ਨੇ ਉਹ ਸਬਸਿਊਮ ਕੀਤੇ ਗਏ ਹੈ। ਆਪਾਂ ਫਿਰ ਇਹਦੇ ਫੀਚਰ ਲਿਖੇ ਗਏ, ਇਟ ਸਬਸਿਊਮ ਦਾ ਟੈਕਸਸ ਵਿਚ ਸਬਸਿਊਮਡ which are subsumed। ਇਹਦੇ ਅੰਡਰ ਜਿਹੜੇ ਹੈਗੇ ਟੈਕਸਸ ਨੇ ਉਹ ਸਬਸਿਊਮ ਕੀਤੇ ਗਏ ਹੈ। ਕਿਹੜੇ ਕਿਹੜੇ ਟੈਕਸਸ ਨੇ ਜਿਹੜੇ ਸਬਸਿਊਮ ਕੀਤੇ ਗਏ ਹੈ, ਉਹ ਵਾਲੇ ਹੈਗੇ ਤੁਹਾਡੇ सेंट्रल एक्साइज ड्यूटी हो गया, सर्विस टैक्स हो गया, एडिशनल एक्साइज ड्यूटी हो गया, एडिशनल ड्यूटी एंड स्पेशल एडिशनल ड्यूटी ऑफ कस्टम्स हो गया, सेंट्रल सीजेस एंड सरचार्जेस लेविड बाय द सेंटर। ਇਹ ਵਾਲੇ ਜਿਹੜੇ ਹੈਗੇ ਮੈਂ ਲਿਖ ਕਿਉਂ ਨਹੀਂ ਰਿਹਾ, ਉਸ ਦਾ ਰੀਜ਼ਨ ਇਹ ਹੈ ਬਿਕੋਜ਼ ਆਫ ਆਪਾਂ ਜਿਹੜੀ ਇਸ ਤੋਂ ਪ੍ਰੀਵੀਅਸ ਵੀਡੀਓ ਹੈ ਉਸ ਦੇ ਵਿੱਚ ਆਪਾਂ पूरा ਜਿਹੜਾ ਹੈ ਟੌਪਿਕ ਹੀ ਇਹ ਕੀਤਾ ਸੀ ਵੀ ਕਿਹੜੇ ਕਿਹੜੇ ਟੈਕਸਸ ਨੇ ਜਿਹੜੇ ਸਬਸਿਊਮ ਹੋ ਗਏ ਐਂਡ ਕਿਹੜੇ ਕਿਹੜੇ ਟੈਕਸਸ ਨੇ ਜਿਹੜੇ ਸਬਸਿਊਮ ਨਹੀਂ ਹੋਏ। ਆਪਾਂ ਦੋਨਾਂ ਕੇਸਿਸ ਦੇ ਵਿੱਚ ਕੀਤਾ, ਚਾਹੇ ਉਹ ਸੈਂਟਰ ਹੈ ਚਾਹੇ ਉਹ ਸਟੇਟ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਸਟੇਟ ਟੈਕਸਸ ਨੇ ਜਿਹੜੇ ਸਬਸਿਊਮ ਹੋ ਗਏ, ਵੈਟ ਹੈ, ਸੇਲ ਟੈਕਸ, एंटरटेनमेंट टैक्स है, सेंट्रल सेल टैक्स है, ऑक्ट्रॉय ड्यूटी और एंट्री टैक्स है, लग्जरी टैक्स है, टैक्सेस ऑन लॉटरी, बैटिंग है, गैम्बलिंग है, स्टेट सेस है, सरचार्ज रेटिंग टू द सप्लाई ऑफ गुड्स है। ठीक है, ये वाले ਜਿਹੜੇ ਟੈਕਸਸ ਨੇ ਉਹ ਕੀ ਹੈ ਲੱਗੇ ਹੈ। ਇਸ ਤੋਂ ਬਾਅਦ ਜਿਹੜਾ ਨੈਕਸਟ ਹੈ ਉਸ ਦੇ ਵਿੱਚ ਆਪਾਂ ਆਪਣਾ ਆ ਜਾਂਦਾ ਹੈ GST ਕਾਉਂਸਿਲ। GST ਕਾਉਂਸਿਲ GST ਕਾਉਂਸਿਲ ਦੇ ਵਿੱਚ ਹੁੰਦਾ ਹੈ GST ਕਾਉਂਸਿਲ हैज बीन फॉर्म्ड which is advisory body। GST ਕਾਉਂਸਿਲ ਕੀ ਹੈ, ਇੱਕ ਐਡਵਾਈਜ਼ਰੀ ਬॉडी ਹੁੰਦੀ ਹੈ। ਠੀਕ ਹੈ, ਐਡਵਾਈਜ਼ਰੀ ਬॉडी ਹੁੰਦੀ ਹੈ ਐਂਡ ਇਸ ਦੇ ਵਿੱਚ ਕੀ ਹੁੰਦਾ ਹੈ, ਇਹ ਜਿਹੜੀ ਹੈਗਾ ਇਹਦਾ ਕੰਮ ਕੀ ਹੁੰਦਾ ਹੈ, ਪ੍ਰੋਵੀਜ਼ਨਸ, ਰੂਲਸ, ਰੈਗੂਲੇਸ਼ਨਸ ਇਹਨਾਂ ਸਾਰਿਆਂ ਨੂੰ ਬਣਾਉਣਾ, ਉਸ ਦੀ ਇੰਪਲੀਮੈਂਟੇਸ਼ਨ ਦੇ ਬਾਰੇ ਜਿਹੜਾ ਹੈ ਕਿਹੜੇ ਕਿਹੜੇ ਰੂਲਸ ਹੋਣ, ਕਿਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਇੰਪਲੀਮੈਂਟ ਕਰਨਾ, ਰੂਲ ਐਂਡ ਰੈਗੂਲੇਸ਼ਨਸ ਨੂੰ। ਠੀਕ ਹੈ, ਇਹ ਸਾਰਾ ਕੰਮ ਕਿਹਦਾ ਹੁੰਦਾ ਹੈ, GST ਕਾਉਂਸਿਲ ਦਾ ਹੁੰਦਾ ਹੈ। ਐਂਡ ਇਹਦੇ ਅੰਡਰ ਜਿਹੜੇ ਹੈਗੇ ਹੈ ਯੂਨੀਅਨ ਫਾਈਨਾਂਸ ਮਿਨਿਸਟਰ ਹੁੰਦੇ ਆ। ਠੀਕ ਹੈ, ਯੂਨੀਅਨ ਫਾਈਨਾਂਸ ਮਿਨਿਸਟਰ ਐਂਡ ਉਸ ਤੋਂ ਬਾਅਦ ਜਿਹੜੇ ਹੈਗਾ ਸਟੇਟ ਫਾਈਨਾਂਸ ਮਿਨਿਸਟਰਸ ਹੁੰਦੇ ਆ, ਸਟੇਟ ਫਾਈਨਾਂਸ ਮਿਨਿਸਟਰ। ਠੀਕ ਹੈ, ਇਹਦੇ ਜਿਹੜੇ ਐਡਵਾਈਜ਼ਰੀ ਬॉडी ਦੇ ਜਿਹੜੇ ਅੰਡਰ ਆਉਂਦੇ ਆ। ਠੀਕ ਹੈ ਜੀ, ਸੋ ਇਹ ਹੈਗਾ। ਉਸ ਤੋਂ ਬਾਅਦ ਨੈਕਸਟ ਵਨ ਹੈਗਾ ਕੰਪਨਸੇਸ਼ਨ। ਕੰਪਨਸੇਸ਼ਨ ਦੇ ਵਿੱਚ ਕੀ ਆ ਜਾਂਦਾ ਹੈ, ਕੰਪਨਸੇਸ਼ਨ ਹੁੰਦਾ ਹੈ ਕਿ ਇਹ ਜਦੋਂ ਇੰਪਲੀਮੈਂਟ ਕਰਨ ਦੀ ਗੱਲ ਕੀਤੀ ਗਈ GST ਨੂੰ, ਤਾਂ ਜਿਹੜੀ ਆਪਣੀ ਸੈਂਟਰਲ ਗਵਰਨਮੈਂਟ ਹੈ ਉਹਨੇ ਕਿਹਾ ਸੀ ਕਿ ਅਗਰ GST ਨੂੰ ਅਪਲਾਈ ਕਰਨ ਦੇ ਉੱਪਰ ਅਗਰ ਸਟੇਟਸ ਦੀ ਰੈਵਨਿਊ
ਜਿਹੜੀ ਟੈਕਸ ਰੈਵਨਿਊ ਹੈ अगर ਉਹਦੇ ਵਿੱਚ ਕੋਈ ਵੀ ਉਹਨਾਂ ਨੂੰ ਘਾਟਾ ਪੈਂਦਾ ਹੈ, ठीक है, कोई भी ਉਹਦੇ ਵਿੱਚ ਕਮੀ ਆਉਂਦੀ ਹੈ, ठीक है, ਕਿਸੇ ਤਰੀਕੇ ਦੇ ਨਾਲ ਕੋਈ ਆਪਾਂ ਲੈ ਲਈਏ ਕਿ ਉਹਨਾਂ ਨੂੰ ਅਗਰ ਸਟੇਟਸ ਨੂੰ ਕਿਸੇ ਤਰੀਕੇ ਨਾਲ ਕੋਈ ਫੀਅਰ ਹੈ ਕਿ ਉਹਨਾਂ ਦੀ ਜਿਹੜੀ ਰੈਵਨਿਊ ਹੈ, ठीक है, ਉਹ ਡਿਕਰੀਜ਼ ਕਰ ਜੂਗੀ, ਉਹਨਾਂ ਦਾ ਬਹੁਤ ਜ਼ਿਆਦਾ ਲਾਸ ਹੋਊਗਾ। ਸੋ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ 5 ਸਾਲ ਤੱਕ 5 ਇਅਰਸ ਫॉर द 5 ਇਅਰਸ ਜਿਹੜੇ ਹੈਗਾ ਸਟਾਰਟਿੰਗ ਇਹਦੇ ਇੰਪਲੀਮੈਂਟੇਸ਼ਨ ਤੋਂ ਬਾਅਦ ਜਿਹੜੇ 5 ਸਾਲ ਨੇ ਅਗਰ ਕੋਈ ਵੀ ਘਾਟਾ ਪੈਂਦਾ ਤਾਂ ਉਸ ਨੂੰ ਜਿਹੜਾ ਹੈ ਪੂਰਾ ਕੌਣ ਕਰੂਗਾ, ਕੰਪਨਸੇਸ਼ਨ ਕੌਣ ਕਰੂਗਾ, ਉਹਨੂੰ ਕੰਪਨਸੇਟ ਕੌਣ ਕਰੂਗਾ, ਸੈਂਟਰ ਗਵਰਨਮੈਂਟ ਉਸ ਨੂੰ ਕੰਪਨਸੇਟ ਕਰੂਗੀ, ठीक है। ਸੋ ਇਹ ਚੀਜ਼ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਹੈ ਆਪਣੀ ਸੈਂਟਰ ਗਵਰਨਮੈਂਟ ਨੇ ਕਿਹਾ ਸੀਗਾ ਜਦੋਂ ਇਹਨੂੰ ਇੰਪਲੀਮੈਂਟ ਕਰਨ ਦੀ ਗੱਲ ਆਈ। ਬਟ ਅਗਰ ਆਪਾਂ ਰੀਅਲ ਗੱਲ ਕਰੀਏ ਰਿਐਲਿਟੀ ਦੇ ਵਿੱਚ ਕੀ ਹੋਇਆ ਕਿ ਹੁਣ ਜਿਹੜੀਆਂ ਸਟੇਟਸ ਨੇ, ਸਟੇਟਸ ਨੂੰ ਜਿਹੜਾ ਉਹਨਾਂ ਦਾ ਬਣਦਾ ਹਿੱਸਾ ਹੈ, ਜਿਹੜੀ ਉਹਨਾਂ ਦੀ ਐਗਜ਼ੈਕਟ ਜਿਹੜੀ ਉਹਨਾਂ ਦੀ ਰੈਵਨਿਊ ਬਣਦੀ ਉਹਨਾਂ ਨੂੰ ਉਹ ਵੀ ਨਹੀਂ ਮਿਲ ਰਹੀ। ਜਿਵੇਂ ਕਿ ਆਪਾਂ ਪੰਜਾਬ ਦਾ ਹੀ ਲਗਾ ਰਹੇ ਹਾਂ, ਪੰਜਾਬ ਸਰਕਾਰ ਨੇ ਕਿੰਨੇ ਵਾਰ ਜਿਹੜਾ ਹੈ ਸੈਂਟਰ ਗਵਰਨਮੈਂਟ ਨੂੰ ਕਹਿਤਾ, ਹੋਰ ਬਹੁਤ ਸਾਰੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਤੁਸੀਂ ਜਿਹੜਾ ਸਾਡਾ GST ਦਾ ਜਿਹੜਾ ਸਾਡਾ ਰੈਵਨਿਊ ਬਣਦੇ, ਜਿਹੜਾ ਸਾਡਾ ਟੈਕਸ ਰੈਵਨਿਊ ਬਣ ਰਹੀ ਹੈ ਸਾਨੂੰ ਉਹ ਤਾਂ ਦੇ ਦਿਓ, ठीक है। ਜਿਹੜੇ ਲਾਸ ਦੀ ਕੰਪਨਸੇਸ਼ਨ ਦੀ ਉਹ ਤਾਂ ਗੱਲ ਵੱਖਰੀ ਰਹਿ ਗਈ, ਉਹ ਤਾਂ ਅਲੱਗ ਤੋਂ ਰਹਿ ਗਈ, ਉਹ ਤਾਂ ਅਸੀਂ ਬਾਅਦ ਦੀ ਗੱਲ ਹੈ, ਤੁਸੀਂ ਜਿਹੜਾ ਸਾਡਾ ਬਣ ਰਿਹਾ ਸਾਨੂੰ ਐਟਲੀਸਟ ਉਹ ਤਾਂ ਦਿਓ ਨਾ, ठीक है। ਸੋ ਉਹ ਚੀਜ਼ ਜਿਹੜੀ ਹੈਗੀ ਹੈ ਉਹ ਇਹਦੇ ਵਿੱਚ ਉਹਨਾਂ ਨੇ ਕਹੀ ਸੀ। ਉਸ ਤੋਂ ਬਾਅਦ ਜਿਹੜਾ ਨੈਕਸਟ ਹੈ ਉਹ ਹੈਗਾ ਫਿਲਿੰਗ ਆਫ ਰਿਟਰਨਸ। ਜਿਹੜੀ ਰਿਟਰਨ ਭਰਨੇ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹਦੇ ਵਿੱਚ ਉਹਨਾਂ ਨੇ ਕੰਪਲਸਰੀ ਕੀਤੀ ਸੀ। ਉਹ ਜਿਹੜਾ ਹੈਗਾ ਤੁਸੀਂ ਮੰਥਲੀ ਕਰ ਸਕਦੇ ਹੋ, ਜਿਹੜਾ ਹੈ ਮੰਥਲੀ ਪ੍ਰੋਵੀਜ਼ਨ ਹੈ, ਕੁਆਟਰਲੀ ਹੈ, ठीक है। ਉਸ ਤੋਂ ਬਾਅਦ ਐਨੂਅਲੀ ਹੈ, ठीक है। ਮਤਲਬ ਇਹ ਜਿਹੜੀ ਰਿਟਰਨ ਹੈ ਭਰਨੀ ਜ਼ਰੂਰੀ ਹੈ ਇਹਦੇ ਵਿੱਚ, ठीक है। ਫਿਲਿੰਗ ਰਿਟਰਨ ਦੇ ਅੰਡਰ ਆਉਂਦਾ ਇਹ, ਤੇ ਹਰ ਇੱਕ ਮੰਥ ਜਾਂ ਐਂਡ ਆਫ ਦਾ ਕੁਆਟਰ, ਲਾਸਟ ਆਫ ਦਾ ਮੰਥ ਐਨੂਅਲ ਰਿਟਰਨ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਕੀ ਕੀਤੀਆਂ ਜਾਂਦੀਆਂ ਨੇ, ਫਿਲ ਕੀਤੀਆਂ ਜਾਂਦੀਆਂ ਨੇ, ठीक है। ਕੰਪੋਜੀਸ਼ਨ ਟੈਕਸ ਪੇਅਰ ਜਿਹੜੇ ਹੈਗੇ ਉਹਨਾਂ ਨੂੰ ਕੀ ਹੈ, ਜਿਹੜੇ ਕੁਆਟਰਲੀ ਰਿਟਰਨਸ ਆ ਉਹਨਾਂ ਨੂੰ ਫਾਈਲ ਕਰਨੀਆਂ ਜ਼ਰੂਰੀ ਨੇ, ठीक है। ਉਸ ਤੋਂ ਫਿਰ ਹੈਗਾ ਅੱਗੇ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਇੰਪੋਰਟ ਐਕਸਪੋਰਟ ਦੇ ਉੱਪਰ ਜਿਹੜਾ ਹੈ GST ਲੱਗਦਾ, ठीक है। ਇੰਪੋਰਟ ਐਕਸਪੋਰਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੈ ਜਿਹੜਾ ਐਕਸਪੋਰਟ ਐਂਡ ਇੰਪੋਰਟ ਆਪਾਂ ਜਿਹੜਾ ਹੈ ਹੁਣ ਤੱਕ ਕਰ ਲਿਆ ਸੀਗਾ ਫਿਲਿੰਗ ਰਿਟਰਨ, ਦੈਨ ਆ ਜਾਊਗਾ ਇਹ ਹੈਗਾ ਐਕਸਪੋਰਟ ਐਂਡ ਇੰਪੋਰਟ। Export and supplies to special economic zone has been considered as zero rate supply, which means practically there will be no tax on export and goods specialized in special economic zone। Especially ਜਿਹੜਾ special economic zone ਹੈ ਉਹ ਕਿਹੜਾ ਹੁੰਦਾ, ਉਹ ਵਾਲਾ ਏਰੀਆ ਜਿੱਥੇ ਜਿਹੜਾ ਹੈਗਾ ਸਾਰੀਆਂ ਸਹੂਲਤਾਂ ਨਹੀਂ ਹੈਗੀਆਂ, ਜਿਵੇਂ ਆਪਾਂ ਕੋਈ ਪਹਾੜੀ ਏਰੀਆ ਲਗਾ ਲਓ, ਟ੍ਰਾਈਬਲ ਏਰੀਆ, ਠੀਕ ਹੈ, ਉਹ ਸਪੈਸ਼ਲ ਇਕਨੋਮਿਕ ਜ਼ੋਨ ਦੇ ਅੰਡਰ ਆਉਂਦਾ, ठीक है। ਉੱਥੇ ਅਗਰ ਉੱਥੋਂ ਦੇ ਜੇ ਅਗਰ ਕੋਈ ਇੰਡਸਟਰੀ ਹੈ, ਕੋਈ ਉਹ ਹੈ, ਅਗਰ ਉਹ ਕੁਛ ਐਕਸਪੋਰਟ ਕਰ ਰਿਹਾ ਤਾਂ ਉੱਥੇ ਕੋਈ ਵੀ ਜਿਹੜਾ ਹੈਗਾ ਐਕਸਪੋਰਟ ਡਿਊਟੀ ਨਹੀਂ ਲੱਗੂ, 0% ਚਾਰਜ ਹੋਊਗਾ, ਠੀਕ ਹੈ। ਇਹ ਜਿਹੜਾ ਹੈਗਾ ਕਿਹਦੇ ਵਿੱਚ ਲਿਆ ਗਿਆ, ਇਹ ਐਕਸਪੋਰਟ ਡਿਊਟੀ ਦੇ ਵਿੱਚ ਲਿਆ ਗਿਆ, ਠੀਕ ਹੈ। ਇੰਪੋਰਟ ਔਨ ਗੁੱਡਸ ਐਂਡ ਸਰਵਿਸਿਜ਼, ਜਿਹੜੀ ਜਦੋਂ ਆਪਾਂ ਗੁੱਡਸ ਐਂਡ ਸਰਵਿਸਿਜ਼ ਨੂੰ ਇੰਪੋਰਟ ਕਰਦੇ ਹਾਂ, ਠੀਕ ਹੈ, ਇੰਪੋਰਟ ਕਰਦੇ ਹਾਂ ਆਪਾਂ ਗੁੱਡਸ ਦਾ ਜਾਂ ਸਰਵਿਸਿਜ਼ ਦਾ, ਉਸ ਦੇ ਉੱਪਰ ਜਿਹੜੀ ਡਿਊਟੀ ਲਗਾਈ ਜਾਂਦੀ ਹੈ ਜਾਂ ਜਿਹੜਾ ਟੈਕਸ ਲਗਾਇਆ ਜਾਂਦਾ ਹੈ ਉਹ ਕਿਹੜਾ ਹੁੰਦਾ ਹੈ, ਉਹ ਹੁੰਦਾ ਹੈ ਤੁਹਾਡਾ IGST ਲਗਾਇਆ ਜਾਂਦਾ, ਕਿਸ ਦੇ ਉੱਪਰ, ਇੰਪੋਰਟ ਦੇ ਉੱਪਰ। ਇੰਪੋਰਟ ਕਿਹਦਾ, ਗੁੱਡਸ ਜਾਂ ਸਰਵਿਸ ਦਾ, ਠੀਕ ਹੈ। ਇਹ ਜਿਹੜਾ ਹੈ ਇਹ ਲਿਆ ਕਿਹਦੇ ਦੁਆਰਾ ਜਾਂਦਾ, ਇਹ ਸੈਂਟਰ ਦੁਆਰਾ ਜਿਹੜਾ ਹੈਗਾ ਲਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਕਾਮਨ ਆਇਡੈਂਟੀਟੀ ਨੰਬਰ। ਕਾਮਨ ਆਇਡੈਂਟੀਟੀ ਨੰਬਰ ਦੇ ਵਿੱਚ ਕੀ ਹੈ, ਕਾਮਨ ਆਇਡੈਂਟੀਟੀ ਜਿਹੜਾ ਤੁਹਾਡਾ GST ਹੈ, ठीक है। ਇਹ ਅਗਰ ਤੁਸੀਂ ਰਜਿਸਟਰ ਕਰਵਾਉਣਾ ਚਾਹੁੰਦੇ ਤਾਂ ਇਹਦੇ ਵਿੱਚ ਇੱਕ ਤੁਹਾਨੂੰ ਪੈਨ ਕਾਰਡ ਦੀ ਜ਼ਰੂਰਤ ਪੈਂਦੀ ਹੈ। ਪੈਨ ਕਾਰਡ ਦਾ ਜਿਹੜਾ ਨੰਬਰ ਹੈ ਉਹ ਕਾਮਨ ਹੁੰਦਾ, ਹਰ ਇੱਕ ਜਗ੍ਹਾ ਤੇ ਹਰ ਇੱਕ ਸਟੇਟ ਦੇ ਵਿੱਚ ਸੇਮ ਹੀ ਚੱਲਦਾ। ਸੋ ਉਹ ਵਾਲਾ ਜਿਹੜਾ ਹੈਗਾ ਹਰ ਇੱਕ ਪਰਸਨ ਨੂੰ ਜਿਹੜਾ ਹੈਗਾ GST ਦੇ ਅੰਦਰ ਆਪਣਾ ਪੈਨ ਨੰਬਰ ਦੇਣਾ ਪਊਗਾ, ठीक है। ਇਹ ਕੀ ਕਾਮਨ ਹੋਊਗਾ, ਚਾਹੇ ਆਪਾਂ ਸਟੇਟ GST ਦੀ ਗੱਲ ਕਰੀਏ ਚਾਹੇ ਆਪਾਂ ਸੈਂਟਰ GST ਦੀ ਗੱਲ ਕਰੀਏ, ठीक है। ਇਹਦੇ ਵਿੱਚ ਰਜਿਸਟ੍ਰੇਸ਼ਨ, ਇਸ਼ੂਇੰਗ ਆਫ ਸਰਟੀਫਿਕੇਟ, ਅਮੈਂਡਮੈਂਟ, cancellation of registration under one act shall be applicable in the other act also. It means if registration is cancelled under GST, it will automatically applicable
टू बोथ CGST एंड SGST। इन केस अगर किसी बंदे दी जेह्ड़े हैगे जेह्ड़ा GST है अगर वो की कर लैंदा है, ਹੁਣ ਇਹਦੇ ਵਿੱਚ ਪਹਿਲਾ ਕੀ ਹੈ ਕਿ ਕਾਮਨ ਨੰਬਰ ਹੈ, ਅਗਰ ਤੁਸੀਂ GST ਲੈ ਲਿਆ ਤਾਂ ਉਹ ਤੁਹਾਡੀ ਸਟੇਟ ਦੇ ਲਈ ਵੀ ਕੰਮ ਕਰੂਗਾ ਤੇ ਉਹ ਤੁਹਾਨੂੰ ਜਿਹੜਾ ਹੈ ਨੈਸ਼ਨਲ ਲੈਵਲ ਦੇ ਉੱਪਰ, ਅਗਰ ਤੁਸੀਂ ਸੈਂਟਰਲ ਲੈਵਲ ਦੇ ਉੱਪਰ ਕੋਈ ਟ੍ਰਾਂਜੈਕਸ਼ਨ ਕਰਨਾ ਚਾਹੁੰਦੇ ਹੋ, ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ, ਠੀਕ ਹੈ, ਉੱਥੇ ਵੀ ਉਹੀ ਜਿਹੜਾ ਤੁਹਾਡਾ GST ਨੰਬਰ ਹੈ ਉਹੀ ਕੰਮ ਕਰੂਗਾ। ਉਸ ਦੇ ਨਾਲ ਹੀ ਅਗਰ ਤੁਹਾਡਾ ਸਪੋਜ਼ ਕਰੋ ਤੁਸੀਂ ਆਪਣਾ ਜਿਹੜਾ GST ਹੈ ਉਸ ਨੂੰ ਕੈਂਸਲ ਕਰਵਾ ਲਿਆ, ठीक है, उसमें तुसी करवा लिया, कैंसल करवा लिया, हुण जो कैंसल है वो दोनों लैवल के उपर होगा, वो स्टेट लैवल से भी कैंसल हो जाऊगा, वो तुहाडा जिहड़ा हैगा सेंट्रल लैवल के उपर भी जिहड़ा है कैंसल हो जाऊगा ऑटोमैटिकली। ठीक है जी, सो ये जिहड़ा है कॉमन आइडेंटिटी के अंदर आ जाता है। इस तो बाद जिहड़ा ये तुहाडा जिहड़ा हैगा हुण तक दा आपां जिहड़ा है इहदे विच आपां इहदे फीचर्स के बारे आपां पढ़ लिया। ठीक है जी, इस तो बाद जो भी अपना होया, इस तो बाद जिहड़ा है अपना नैक्सट वीडियो दे विच आपां करांगे कालेकर एंड शाह मॉडल नूं। ठीक है, दैन फिर आपां बेनिफिट्स एंड लिमिटेशंस ऑफ GST नूं पढ़ांगे। ठीक है जी, थैंक यू सो मच, हैव अ गुड डे, स्टे होम, स्टे सेफ, थैंक्स अ लॉट।